ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਆਪਣੀ ਪੇਪਰ ਦੀ ਤਿਆਰੀ ਘਰੇ ਬੈਠ ਕੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ। ਸੋ ਵਿਦਿਆਰਥੀਓ, ਅੱਜ ਆਪਾਂ ਆਪਣੀ ਪੰਜਾਬੀ ਦੀ ਕਲਾਸ ਦੇ ਵਿੱਚ ਆਪਣੇ ਜੋ ਕਵਿਤਾਵਾਂ ਹਨ ਉਹਨਾਂ ਦੇ ਜੋ ਕੇਂਦਰੀ ਭਾਵ ਹਨ, ਸੈਂਟਰਲ ਆਈਡੀਆਜ਼ ਆਫ ਦਾ ਪੋਇਮ, ਅੱਜ ਆਪਾਂ ਉਹਨਾਂ ਨੂੰ ਜੋ ਹੈ ਰਿਵਾਈਜ਼ ਕਰਾਂਗੇ। ਅਤੇ ਬੇਟਾ ਦੇਖੋ, ਕਲੀਅਰ ਹੈ ਜੀ, ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਜੋ ਕੁਐਸਚਨ ਪੱਕਾ ਇਹਨਾਂ 'ਚੋਂ ਆਉਣਾ ਹੀ ਆਉਣਾ 3 ਮਾਰਕਸ ਦਾ। ਸੋ ਹਰ ਬੱਚੇ ਨੂੰ ਇਸ ਕਵਿਤਾਵਾਂ ਜੋ ਹਨ ਆਪਣੀਆਂ, ਉਹਨਾਂ ਦੇ ਜੋ ਕੇਂਦਰੀ ਭਾਵ ਨੇ ਉਹ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕਵਿਤਾ ਹੈ। ਇਹ ਗੁਰਬਾਣੀ ਵਿੱਚੋਂ ਲਿਆ ਗਿਆ ਹੈ, ਜਿਹਦੇ ਵਿੱਚ ਉਹ ਪ੍ਰਮਾਤਮਾ ਨੂੰ ਸਭ ਸੁੱਖਾਂ ਦਾ ਦਾਤਾ ਮੰਨਦੇ ਹਨ। ਉਹ ਕਹਿੰਦੇ ਹਨ ਕਿ ਪ੍ਰਮਾਤਮਾ ਹੀ ਸਭ ਜੀਵਾਂ ਦਾ ਅਸਲ ਮਾਤਾ ਪਿਤਾ ਸਾਕ ਸੰਬੰਧੀ ਹੈ। ਪਰਮਾਤਮਾ ਨੇ ਸਭ ਜੀਵਾਂ ਨੂੰ ਪੈਦਾ ਕਰਕੇ ਵੱਖ-ਵੱਖ ਕੰਮਾਂ ਕਾਰਾਂ ਵਿੱਚ ਲਾਇਆ ਹੈ। ਉਸ ਦਾ ਨਾਮ ਧਿਆਉਣ ਨਾਲ ਮਹਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾ ਸਕਦਾ ਹੈ। ਸੋ ਕੇਂਦਰੀ ਭਾਵ ਹੈ ਜੀ ਕਵਿਤਾ ਦੇ ਅਕੋਰਡਿੰਗ। ਬਾਕੀ ਤੁਸੀਂ ਬੇਟਾ ਆਪਣੇ ਅਕੋਰਡਿੰਗ ਵੀ ਲਿਖ ਸਕਦੇ ਹੋ, ਪਰ ਇੱਕ ਗੱਲ ਦਾ ਧਿਆਨ ਰੱਖੇ ਕਿ ਉਹ ਬਿਲਕੁਲ ਕਵਿਤਾ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਉਹਦਾ ਜ਼ਿਆਦਾ ਲੈਂਥੀ ਵੀ ਨਹੀਂ ਹੋਣਾ ਚਾਹੀਦਾ, ਭਾਵ ਕਿ ਜ਼ਿਆਦਾ ਵੱਡਾ ਵੀ ਨਹੀਂ ਹੋਣਾ ਚਾਹੀਦਾ। ਸੈਂਟਰਲ ਆਈਡੀਆ ਕੇਂਦਰੀ ਭਾਵ ਦਾ ਮਤਲਬ ਇਹੀ ਹੁੰਦਾ ਹੈ, ਜੋ ਉਹਦੇ ਵਿੱਚ ਮੇਨ ਗੱਲ ਜੋ ਹੋ ਰਹੀ ਹੈ, ਕੇਂਦਰੀ ਭਾਵ ਜਿਹਦੇ ਦੁਆਲੇ ਕਵਿਤਾ ਦੇ ਵਿੱਚ ਗੱਲ ਘੁੰਮ ਰਹੀ ਹੈ। ਠੀਕ ਹੈ। ਸੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਪਰਮਾਤਮਾ ਨੂੰ ਸਭ ਸ਼ਕਤੀਮਾਨ ਮੰਨਦੇ ਹਨ ਅਤੇ ਉਹ ਮੰਨਦੇ ਹਨ ਕਿ ਭਾਈ ਜਿਹੜਾ ਪਰਮਾਤਮਾ ਹੈ ਉਹ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਪਣੇ ਵੱਖ-ਵੱਖ ਕੰਮਾਂ ਵਿੱਚ ਲਾ ਕੇ ਉਹਨਾਂ ਦੀ ਜੋ ਹੈ ਪਾਲਣਾ ਕਰਨ ਵਾਲਾ ਹੈ। ਅੱਗੇ ਦੇਖੋ, ਉਹਨਾਂ ਦੀ ਕਵਿਤਾ ਹੈਗੀ ਆ ਹੋਰ ਮਿੱਠ ਬੋਲੜਾ ਜੀ ਹਰ ਸੱਜਣ। ਇਹਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਦੀ ਹੀ ਉਸਤਤ ਕਰਦੇ ਹਨ। ਉਹ ਗੱਲ ਕਰਦੇ ਹਨ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਮਾਲਕ ਪਰਮਾਤਮਾ ਦਾ ਸੁਭਾਅ ਕਹਿੰਦਾ ਬਹੁਤ ਮਿੱਠਾ ਹੈ, ਬਹੁਤ ਨਿੱਘਾ ਹੈ। ਉਹ ਹਰ ਜੀਵਾਂ ਦੇ ਵਿੱਚ ਵਸਦਾ ਹੈ ਅਤੇ ਸਾਰਿਆਂ ਨੂੰ ਆਤਮਿਕ ਸ਼ਾਂਤੀ ਭਰਪੂਰ ਜੀਵਨ ਦੇਣ ਵਾਲਾ ਹੈ। ਉਹ ਪਰਮਾਤਮਾ ਹੈ। ਠੀਕ ਹੈ। ਉਹ ਪਰਮਾਤਮਾ ਸਾਰਿਆਂ ਨੂੰ ਜੋ ਹੈ ਆਤਮਿਕ ਆਨੰਦ ਆਤਮਿਕ ਸੰਤੁਸ਼ਟੀ ਦੇਣ ਵਾਲਾ ਹੈ। ਉਸ ਦੇ ਦਰਸ਼ਨ ਕਰਨ ਦੇ ਨਾਲ ਕੀ ਹੁੰਦਾ ਹੈ ਜੀ, ਫਿਰ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਕਣ ਕਣ ਦੇ ਵਿੱਚ ਵਸਦਾ ਹੈ। ਉਸ ਦਾ ਧਿਆਨ ਧਰ ਕੇ ਮਨੁੱਖ ਸੰਸਾਰ ਸਾਗਰ ਨੂੰ ਪਾਰ ਕਰ ਸਕਦਾ ਹੈ। ਸੋ ਗੁਰੂ ਅਰਜਨ ਦੇਵ ਜੀ ਦੀ ਕਵਿਤਾ ਜੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਜਿਹਦੇ ਵਿੱਚ ਉਹ ਪ੍ਰਮਾਤਮਾ ਦੀ ਉਸਤਤ ਕਰਦੇ ਹੋਏ ਕਰਦੇ ਹਨ ਕਿ ਭਾਈ ਉਹਦਾ ਸੁਭਾਅ ਬੜਾ ਮਿੱਠਾ ਹੈ। ਉਹ ਕਦੇ ਵੀ ਕਿਸੇ ਨੂੰ ਕੌੜਾ ਨਹੀਂ ਬੋਲਦਾ, ਰੁੱਖਾ ਨਹੀਂ ਬੋਲਦਾ ਹੈਗਾ। ਸੋ ਸਾਰੇ ਜੀਵਾਂ ਦੇ ਵਿੱਚ ਹੀ ਵੱਸਦਾ ਹੈ ਅਤੇ ਸਾਡੀ ਆਤਮਿਕ ਸ਼ਾਂਤੀ ਵਾਲਾ ਜੀਵਨ ਸਾਨੂੰ ਉਹ ਦਿੰਦਾ ਹੈ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਜਿਹਦੇ ਵਿੱਚ ਵਿਦਿਆਰਥੀਓ ਅਸਲ ਦੇ ਵਿੱਚ ਇਹ ਜਿਹੜੀ ਕਵਿਤਾ ਹੈ ਇਹ ਗੁਰੂ ਅਰਜਨ ਦੇਵ ਜੀ ਦੀ ਜੋ ਹਨ ਉਹਨਾਂ ਦੁਆਰਾ ਆਪਣੇ ਪਿਤਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪੱਤਰ ਲਿਖੇ ਗਏ ਸਨ, ਉਹਨਾਂ ਦੇ ਉੱਤੇ ਆਧਾਰਿਤ ਹੈ। ਸੋ ਜਿਹਦੇ ਵਿੱਚ ਉਹ ਇੱਕ ਗੁਰਸਿੱਖ ਮਨੁੱਖ ਗੁਰੂ ਦੇ ਵਿਛੋੜੇ ਦੇ ਜੋ ਹੈ ਜੋ ਉਸਦੇ ਨੂੰ ਲੋਚਦਾ ਹੈ, ਠੀਕ ਹੈ, ਬੇਕਰਾਰ ਹੁੰਦਾ ਹੈ, ਉਸ ਨੂੰ ਉਹਦੇ ਮਿਲਾਪ ਦੀ ਤਾਂਘ ਰਹਿੰਦੀ ਹੈ, ਉਹ ਚੀਜ਼ ਨੂੰ ਬਿਆਨ ਕੀਤਾ ਹੈ। ਪ੍ਰਭੂ ਦੀ ਕਿਰਪਾ ਦੇ ਨਾਲ ਉਸ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਅਤੇ ਜੋ ਬਹੁਤ ਹੀ ਆਨੰਦਦਾਈ ਹੁੰਦਾ ਹੈ। ਸੋ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਬਿਲਕ ਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੈ ਨੀਂਦ ਨਾ ਆਵੇ ਬਿਨ ਦੇਖੇ ਦਰਸ ਪਿਆਰੇ ਜੀਓ। ਗੁਰੂ ਅਰਜਨ ਦੇਵ ਜੀ ਗੱਲ ਕਰਦੇ ਹਨ ਇਹਦੇ ਵਿੱਚ, ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਚਿੱਠੀਆਂ ਲਿਖੀਆਂ ਸਨ, ਪੱਤਰ ਲਿਖੇ ਸਨ, ਤਾਂ ਉਹਨਾਂ ਦੇ ਵਿੱਚ ਇਹ ਜਿਹੜੀ ਬਾਣੀ ਉਹਨਾਂ ਨੇ ਰਚੀ ਸੀਗੀ ਜੀ। ਅਤੇ ਇਹਦੇ ਵਿੱਚ ਅਸਲ ਦੇ ਵਿੱਚ ਉਹ ਵਿਛੋੜੇ ਦੀ ਹੀ ਗੱਲ ਕਰਦੇ ਹਾਂ। ਜਦੋਂ ਇੱਕ ਗੁਰਸਿੱਖ ਹੁੰਦਾ ਹੈ, ਭਾਵ ਕਿ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਹੁੰਦਾ ਹੈ, ਜਦੋਂ ਉਹ ਉਸ ਤੋਂ ਦੂਰ ਹੋ ਜਾਂਦਾ ਤਾਂ ਉਹਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਉਹ ਉਹਦੇ ਮਿਲਾਪ ਦੇ ਲਈ ਉਹ ਤਰਸਦਾ ਹੈ। ਸੋ ਇਹ ਚੀਜ਼ ਇਹ 'ਚ ਬਿਆਨ ਕੀਤੀ ਗਈ ਹੈ। ਸੋ ਅੱਗੇ ਦੇਖਦੇ ਹਾਂ ਜੀ ਆਪਾਂ ਸਤਿਗੁਰੂ ਨਾਨਕ ਪ੍ਰਗਟਿਆ, ਭਾਈ ਗੁਰਦਾਸ ਜੀ ਦੀ ਕਵਿਤਾ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਭਾਈ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਦਾ ਜਨਮ ਹੈ ਉਹ ਕਿਸ ਤਰ੍ਹਾਂ ਦਾ ਹੈ। ਗੁਰੂ ਨਾਨਕ ਦੇਵ ਜੀ ਸੰਸਾਰ ਉੱਤੇ ਪ੍ਰਗਟ ਹੋਏ, ਜਿਹਦੇ ਨਾਲ ਹੋਇਆ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਮਿਟ ਗਈ ਅਤੇ ਚਾਨਣ ਹੋ ਗਿਆ, ਭਾਵ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਗਿਆਨ ਦਾ ਚਾਨਣ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਦੇ ਵਿੱਚ ਪਸਰਿਆ ਅਗਿਆਨਤਾ ਦਾ ਹਨੇਰਾ ਅਤੇ ਪਾਪਾਂ ਦਾ ਨਾਸ਼ ਹੋ ਗਿਆ ਅਤੇ ਗੁਰੂ ਜੀ ਨੇ ਥਾਂ ਥਾਂ ਸੱਚ ਦੇ ਧਰਮ ਦਾ ਪ੍ਰਚਾਰ ਕੀਤਾ। ਉੱਚ ਸਤਰਾਂ ਹੁੰਦੀ ਹੈ ਨਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ।
ਸੋ ਇਸ ਤਰ੍ਹਾਂ ਕਰਕੇ ਜਿਵੇਂ ਘਰ ਘਰ ਦੇ ਵਿੱਚ ਹੀ ਸੱਚ ਦੇ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਹੋਵੇ, ਇਸ ਪ੍ਰਕਾਰ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਅਤੇ ਖੰਡ ਪ੍ਰਿਥਵੀ ਨੂੰ ਧਾਰ ਦਿੱਤਾ। ਦੇਖ ਪਰਾਈਆਂ ਚੰਗੀਆਂ, ਜਿਹਦੇ ਵਿੱਚ ਗੁਰੂ ਸਾਹਿਬ ਭਾਈ ਗੁਰਦਾਸ ਜੀ ਦੀ ਕਵਿਤਾ ਹੈ ਵੀ, ਜਿਹਦੇ ਵਿੱਚ ਉਹ ਇਹ ਗੱਲ ਕਰਦੇ ਹਨ ਕਿ ਕਿਸ ਤਰ੍ਹਾਂ ਜਿਹੜਾ ਸਾਡੇ ਵਿੱਚ ਨੈਤਿਕ ਗੁਣ ਹੁੰਦਾ ਹੈ, ਨੈਤਿਕ ਗੁਣਾਂ ਦਾ ਮਾਲਕ ਹੁੰਦਾ ਹੈ, ਗੁਰਸਿੱਖ ਹੋਣਾ ਚਾਹੀਦਾ ਹੈ। ਭਾਵ ਉਹ ਕਦੇ ਵੀ ਕਿਸੇ ਵੱਲ ਦੇਖਦਾ ਹੈ, ਜੇਕਰ ਉਹ ਆਪਣੇ ਤੋਂ ਵੱਡੀ ਉਮਰ ਵੱਲ ਦੇਖਦਾ ਹੈ ਤਾਂ ਉਹ 'ਚ ਉਹਨੂੰ ਮਾਂ ਨਜ਼ਰ ਆਉਣੀ ਚਾਹੀਦੀ ਹੈ, ਬਰਾਬਰ ਦੀ ਭੈਣ ਨਜ਼ਰ ਆਉਣੀ ਚਾਹੀਦੀ ਹੈ ਅਤੇ ਛੋਟੀ ਧੀ ਨਜ਼ਰ ਆਉਣੀ ਚਾਹੀਦੀ ਹੈ। ਉਸ ਨੂੰ ਹੱਕ ਪਰਾਇਆ, ਠੀਕ ਹੈ, ਪਰਿਵਾਰਕ ਮੋਹ, ਹੰਕਾਰ ਅਤੇ ਉਸਤਤ ਨਿੰਦਿਆ ਤੋਂ ਉਹ ਹਮੇਸ਼ਾ ਨਿਰਲੇਪ ਰਹਿੰਦਾ ਹੈਗਾ ਜੀ। ਸੋ ਨੈਤਿਕ ਗੁਣਾਂ ਦਾ ਮਾਲਕ ਗੁਰਸਿੱਖ ਜੋ ਗੁਰੂ ਨੂੰ ਸਾਧ ਸੰਗਤ ਤੋਂ ਪ੍ਰਾਪਤ ਹੁੰਦੇ ਹਨ ਅਤੇ ਜਿਨ੍ਹਾਂ ਨੈਤਿਕ ਗੁਣਾਂ ਕਾਰਨ ਉਹ ਪਰਾਈਆਂ ਇਸਤਰੀਆਂ ਨੂੰ ਮਾਵਾਂ, ਧੀਆਂ, ਭੈਣਾਂ ਸਮਝਦਾ ਹੈ ਅਤੇ ਪਰਾਏ ਹੱਕ, ਪਰਿਵਾਰਕ ਮੋਹ, ਹੰਕਾਰ ਅਤੇ ਉਸਤਤ ਨਿੰਦਿਆ ਤੋਂ ਉਹ ਬਚਦਾ ਹੈ ਅਤੇ ਉਹ ਸੁਖ ਫਲ ਨੂੰ ਪ੍ਰਾਪਤ ਕਰਦਾ ਹੈ। ਅੱਗੇ ਦੇਖਦੇ ਹਾਂ ਆਪਾਂ ਅਗਲੀ ਕਵਿਤਾ ਹੈਗੇ ਆਪ ਭਲਾ ਸਭ ਜਗ ਭਲਾ। ਦੇਖੋ ਇਹਦੇ ਵਿੱਚ ਉਹ ਗੱਲ ਕਰਦੇ ਹਨ, ਪਹਿਲਾਂ ਸਾਨੂੰ ਆਪ ਚੰਗੇ ਹੋਣਾ ਚਾਹੀਦਾ ਹੈਗਾ ਜੀ, ਠੀਕ ਹੈ ਨਾ। ਸੋ ਦੁਰਯੋਧਨ ਵਾਂਗ ਸਾਰਾ ਸੰਸਾਰ ਹੀ ਬੁਰਾ ਲੱਗਦਾ ਹੈ ਜੇਕਰ ਅਸੀਂ ਚੰਗੇ ਨਾ ਹੋਈਏ। ਬੁਰੇ ਮਨੁੱਖ ਨੂੰ, ਭਲੇ ਮਨੁੱਖ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਹੀ ਭਲਾ ਜਾਪਦਾ ਹੈ, ਆਪ ਭਲਾ ਸਭ ਜਗ ਭਲਾ। ਕਿਉਂਕਿ ਯੁਧਿਸ਼ਟਰ ਆਪ ਚੰਗਾ ਹੈ, ਭਲਾ ਹੈ, ਤਾਂ ਕਰਕੇ ਉਹਨੂੰ ਸਾਰਾ ਜੰਗ ਚੰਗਾ ਲੱਗਦਾ ਹੈ। ਪਰ ਬੁਰੇ ਮਨੁੱਖ ਨੂੰ ਦੁਰਯੋਧਨ ਵਾਂਗ ਸਾਰਾ ਹੀ ਸੰਸਾਰ ਜਿਹੜਾ ਹੈਗਾ ਬੁਰਾ ਨਜ਼ਰ ਆਉਂਦਾ ਹੈ। ਸੋ ਹਰ ਇੱਕ ਮਨੁੱਖ ਜੀਵ ਨੂੰ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪਾਂਡਵ ਸ਼੍ਰੀ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵ ਉਸ ਦੇ ਤਿਰਸਕਾਰ ਦੇ ਪਾਤਰ ਬਣਦੇ ਹਨ। ਅੱਗੇ ਬੇਟਾ ਕਵਿਤਾ ਆਪਣੀ ਹੈਗੀ ਦੇਖੋ ਅਕਿਰਤ ਘਣ, ਭਾਈ ਗੁਰਦਾਸ ਜੀ ਦੀ ਕਵਿਤਾ ਹੈ, ਜਿਹਦੇ ਵਿੱਚ ਦੇਖੋ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵੱਡੇ ਵੱਡੇ ਪਹਾੜ ਹਨ, ਪਰਬਤ ਹਨ, ਨਦੀਆਂ ਹਨ, ਨਾਲੇ ਹਨ, ਦਰਿਆ ਹਨ, ਸਮੁੰਦਰ ਹਨ। ਸੋ ਬਹੁਤ ਕੁਛ ਹੈ ਸੰਸਾਰ ਦੇ ਉੱਤੇ। ਪਰ ਜਦੋਂ ਧਰਤੀ ਤੋਂ ਪੁੱਛਿਆ ਜਾਵੇ ਕਿ ਤੈਨੂੰ ਸਭ ਤੋਂ ਵੱਧ ਭਾਰਾ ਕੌਣ ਲੱਗਦਾ ਹੈ, ਤੈਨੂੰ ਇੰਨਾ ਕੁਛ ਹੋਣ ਦੇ ਬਾਵਜੂਦ, ਤੇਰੇ ਉੱਤੇ ਇੰਨਾ ਭਾਰ ਹੋਣ ਦੇ ਬਾਵਜੂਦ ਤੈਨੂੰ ਸਭ ਤੋਂ ਵੱਧ ਭਾਰੀ ਚੀਜ਼ ਕਿਹੜੀ ਲੱਗਦੀ ਹੈ, ਤਾਂ ਉਹ ਗੱਲ ਕਹਿੰਦੀ ਹੈ ਧਰਤੀ ਕਿ ਭਾਈ ਮੈਨੂੰ ਅਕਿਰਤ ਘਣ ਲੋਕ ਬੁਰੇ ਲੱਗਦੇ ਹਨ, ਉਹ ਭਾਰੇ ਲੱਗਦੇ ਹਨ। ਕਿਉਂ ਭਾਰੇ ਲੱਗਦੇ ਹਨ? ਕਿਉਂਕਿ ਉਹਨਾਂ ਦਾ ਮੈਂ ਭਾਰ ਨਹੀਂ ਝੱਲ ਸਕਦੀ ਹੈਗੀ। ਅਕਿਰਤ ਘਣ ਜੋ ਕਿਸੇ ਦੇ ਕੀਤੇ ਹੋਏ ਅਹਿਸਾਨ ਨੂੰ ਭੁਲਾ ਦਿੰਦੇ ਹਨ। ਧਰਤੀ ਨੂੰ ਉੱਚੇ ਉੱਚੇ ਪਹਾੜ, ਸਮੁੰਦਰ, ਨਦੀਆਂ, ਦਰਿਆ, ਠੀਕ ਹੈ, ਕੋਟਗੜ੍ਹ, ਘਰ-ਬਾਰ, ਫਲਾਂ ਨਾਲ ਭਰੇ ਹੋਏ ਰੁੱਖ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ। ਉਸ ਨੂੰ ਕੇਵਲ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਅਕਿਰਤ ਘਣ ਮਨੁੱਖ ਭਾਰੇ ਲੱਗਦੇ ਹਨ। ਤੇਰਾ ਨਾਮ ਧਿਆਈਂਦਾ ਸਾਈਂ। ਦੇਖੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ, ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਅਤੇ ਨਿਮਰਤਾ ਨੂੰ ਧਾਰਨ ਕਰਕੇ ਹੀ ਰੱਖਣਾ ਚਾਹੀਦਾ ਹੈ। ਆਪਣੇ ਵਿੱਚ ਹਮੇਸ਼ਾ ਨਿਰਮਾਈ ਰੱਖਣੀ ਚਾਹੀਦੀ ਹੈ, ਨਿਮਰਤਾ ਰੱਖਣੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਦੇ ਇਸ਼ਕ ਵਿੱਚ ਜਾਨ ਦੀ ਬਾਜ਼ੀ ਲਾ ਕੇ ਹੀ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਠੀਕ ਹੈ, ਤੇਰਾ ਨਾਮ ਧਿਆਈਂਦਾ ਸਾਈਂ, ਉਸ ਪਰਮਾਤਮਾ ਨੂੰ ਧਿਆਉਣਾ ਹੈ ਅਤੇ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਹੈ। ਹੀਰ ਦਾ ਸਿਦਕ, ਆਪਾਂ ਇਹਦੇ ਵਿੱਚ ਦੇਖਿਆ ਜੋ ਵਾਰਿਸ ਸ਼ਾਹ ਦੀ ਹੀਰਾ ਉਹਦੇ ਵਿੱਚੋਂ ਲਏ ਗਏ ਨੇ ਜੀ ਇਹ। ਹੀਰ ਦਾ ਸਿਦਕ, ਹੀਰ ਰਾਂਝੇ ਦੇ ਵਿਛੋੜੇ 'ਚ ਬੁਰੀ ਤਰ੍ਹਾਂ ਬੇਹਾਲ ਸੀ ਅਤੇ ਉਸਦੇ ਮਿਲਾਪ ਕਰਨ ਦੇ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇ ਲਈ ਤਿਆਰ ਸੀਗੀ। ਠੀਕ ਹੈ, ਉਹ 'ਚ ਪੜ੍ਹਿਆ ਹੈ ਜੋ ਵਾਰਿਸ ਸ਼ਾਹ ਦੀ ਹੀਰ ਮੈਂ ਤੁਹਾਨੂੰ ਪੜ੍ਹਾਈ ਸੀ ਕਲਾਸ ਦੇ ਵਿੱਚ, ਸੋ ਉਹਦੇ ਵਿੱਚੋਂ ਹੈ। ਪੂਰਨ ਦਾ ਜਨਮ, ਦੇਖੋ ਜੋ ਕਾਦਰ ਯਾਰ ਦੁਆਰਾ ਲਿਖੀ ਗਈ ਰਚਨਾ ਹੈਗੀ ਹੈ ਜੀ ਇਹ ਪੂਰਨ ਭਗਤ ਦਾ ਕਿੱਸਾ। ਸਿਆਲਕੋਟ ਦੇ ਰਾਜਾ ਜੋ ਸਾਲਵਾਨ ਹੈ ਦੇ ਘਰ ਪੂਰਨ ਦਾ ਜਨਮ ਹੋਇਆ। ਉਸ ਨੂੰ ਜੋਤਸ਼ੀਆਂ ਦੇ ਕਹਿਣ ਉੱਤੇ ਰਾਜੇ ਨੇ 12 ਸਾਲ ਦੇ ਲਈ ਭੋਰੇ ਦੀ ਕੋਠੜੀ ਦੇ ਵਿੱਚ ਬੰਦ ਕਰਵਾ ਦਿੱਤਾ। ਅੱਗੇ ਦੇਖੋ ਬੇਟਾ ਮਾਂ ਪੁੱਤ ਦਾ ਮੇਲ। ਦੇਖੋ ਇਹਦੇ ਵਿੱਚ ਫਿਰ ਕੀ ਹੁੰਦਾ ਹੈਗਾ, ਪੂਰਨ ਦਾ ਆਪਣੀ ਮਾਤਾ ਦੇ ਨਾਲ ਮੇਲ ਹੋਣਾ। ਸਿਆਲਕੋਟ ਵਿਖੇ ਬਾਗ ਵਿੱਚ ਬੈਠੇ ਪੂਰਨ ਭਗਤ, ਬਾਗ ਵਿੱਚ ਜਦੋਂ ਪੂਰਨ ਭਗਤ ਬੈਠਾ ਹੈ ਤਾਂ ਉਹਦੀ ਪ੍ਰਸਿੱਧੀ ਫੈਲਣ ਦੇ ਨਾਲ ਅੰਨੀ ਹੋਈ ਮਾਂ ਇਛਰਾ ਡਿੱਗਦੀ ਢਹਿੰਦੀ ਉਹਦੇ ਕੋਲ ਆ ਕੇ ਉਸ ਨੂੰ ਮਿਲਦੀ ਹੈ ਅਤੇ ਮਾਂ ਦੀ ਆਵਾਜ਼ ਪਛਾਣ ਕੇ ਉਸਦਾ ਖਾਨਦਾਨ ਪੁੱਛਿਆ। ਪੂਰਨ ਦੇ ਅਸਲੀਅਤ ਦੱਸਣ 'ਤੇ ਮਾਤਾ ਦੀ ਨਜ਼ਰ ਪਰਤ ਆਈ, ਭਾਵ ਵਾਪਸ ਆ ਗਈ ਅਤੇ ਮਾਂ ਪੁੱਤ ਦਾ ਮੇਲ ਹੋ ਜਾਂਦਾ ਹੈ। ਇਛਰਾ ਉਹਦੀ ਅਸਲ ਮਾਤਾ ਜਿੱਤੋਂ ਵਿਛੜ ਗਿਆ ਸੀਗਾ ਜੀ ਉਹ, ਜਦੋਂ ਉਹਦੇ ਪਿਤਾ ਸਾਲਵਾਨ ਨੇ ਉਸ ਨੂੰ ਜੋ ਹੈ ਘਰੋਂ ਮਹਿਲਾਂ 'ਚੋਂ ਕਢਵਾ ਦਿੱਤਾ ਸੀ, ਮਾਰਨ ਦਾ ਹੁਕਮ ਦੇ ਦਿੱਤਾ ਸੀ ਅਤੇ ਫਿਰ ਉਹ ਜੋਗ ਧਾਰਨ ਕਰ ਲੈਂਦਾ ਹੈ ਅਤੇ ਵਾਪਸ ਜਦੋਂ ਆਪਣੇ ਸ਼ਹਿਰ ਵਿੱਚ ਆਉਂਦਾ ਹੈ, ਬਾਗ ਵਿੱਚ ਆ ਕੇ ਬੈਠਦਾ ਹੈ। ਉਹਦੀ ਮਾਂ ਨੂੰ ਪਤਾ ਲੱਗਦਾ ਹੈ ਅਤੇ ਉਹਦੀ ਮਾਂ ਉਹਦੇ ਦਰਸ਼ਨ ਦੇ ਲਈ ਉੱਥੇ ਆਉਂਦੀ ਹੈ। ਅੱਗੇ ਅਸੀਂ ਦੇਖਦੇ ਹਾਂ ਜੀ ਆਪਣਾ ਅਗਲਾ ਹੈਗਾ ਕਿੱਸਾ ਸੱਸੀ ਪੁੰਨੂ ਦਾ।
ਦੇਖੋ ਸੱਸੀ ਪੁੰਨ ਦਾ ਕਿੱਸਾ ਆਪਾਂ ਪੜ੍ਹਿਆ ਸੀ ਬੇਟਾ, ਹਾਸ਼ਮ ਦੀ ਰਚਨਾ ਹੈਗੀ ਹੈ ਜੀ ਇਹ, ਠੀਕ ਹੈ ਨਾ। ਪਰ ਆਪਣੇ ਪ੍ਰੀਤਮ ਤੋਂ ਵਿਛੜ ਕੇ ਸੱਸੀ ਉਸਦਾ ਪਿੱਛਾ ਕਰਨ ਲਈ ਡਾਚੀ ਦੀ ਪੈੜ ਲੱਭਦੀ, ਜੋ ਊਠਾਂ ਦੀ ਪੈੜ ਲੱਭਦੀ ਹੋਈ ਤਪਦੇ ਮਾਰੂਥਲ ਵਿੱਚ ਚੱਲ ਪਈ ਅਤੇ ਉੱਥੇ ਹੀ ਗਰਮੀ ਵਿੱਚ ਉਸ ਦੀ ਮੌਤ ਹੋ ਗਈ। ਉਹ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੀ ਸੀ ਕਿ ਉਹ ਇਸ਼ਕ ਵਿੱਚ ਪੂਰੀ ਉਤਰੀ ਹੈ ਅਤੇ ਉਹਦੀ ਉੱਥੇ ਦੀ ਮੌਤ ਹੋ ਜਾਂਦੀ ਹੈ। ਅੱਗੇ ਦੇਖੋ ਬੇਟਾ, ਸਿੰਘਾਂ ਦੀ ਚੜ੍ਹਤ। ਇਹ ਜੋ ਕਵਿਤਾ ਹੈ ਇਹ ਸ਼ਾਹ ਮੁਹੰਮਦ ਦੁਆਰਾ ਲਿਖੇ ਗਏ ਕਿੱਸੇ ਵਿੱਚੋਂ ਲਈ ਗਈ ਹੈ। ਸ਼ਾਹ ਮੁਹੰਮਦ ਦਾ ਕਿੱਸਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਦੇ ਵਿੱਚ। ਸੋ ਅੰਗਰੇਜ਼ਾਂ ਉੱਪਰ ਚੜ੍ਹਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫੌਜਾਂ ਧਨਸਾ ਵੱਜਣ 'ਤੇ, ਜੋ ਨਗਾਰਾ ਵੱਜਿਆ, ਧੌਂਸਾ ਵੱਜਿਆ ਉਹ 'ਤੇ ਤੁਰ ਪਈਆਂ ਅਤੇ ਫੌਜ ਦੇ ਵਿੱਚ ਸਰਦਾਰਾਂ ਦੇ ਬਹਾਦਰ ਪੁੱਤ ਆਉਣਾ ਸੀ ਬੇਟਾ ਉਰੇ। ਸਰਦਾਰਾਂ ਦੇ ਬਹਾਦਰ ਪੁੱਤ ਮਝੇਲ ਭਾਵ ਮਾਝੇ ਵਾਲੇ ਦੁਆਬੀਏ ਸੂਰਬੀਰਾਂ ਤੋਂ ਬਿਨਾਂ ਜਮੂਰਖਾਨੇ ਵੀ ਸ਼ਾਮਲ ਸਨ, ਭਾਵ ਕਿ ਤੋਪਖਾਨੇ, ਜੋ ਉਹਨਾਂ ਦਾ ਅਸਲਾ ਹੁੰਦਾ ਸੀ ਉਹਦਾ, ਠੀਕ ਹੈ ਨਾ। ਅੱਗੇ ਬੇਟਾ ਜੰਗ ਦਾ ਹਾਲ ਦੇਖੋ, ਇਹ ਵੀ ਸ਼ਾਹ ਮੁਹੰਮਦ ਦੀ ਰਚਨਾ ਦੇ ਵਿੱਚੋਂ ਲਿਆ ਗਿਆ ਹੈਗਾ। ਸਿੰਘਾਂ ਦੀ ਫੌਜ ਨੇ ਲੜਾਈ ਦੇ ਵਿੱਚ ਅੰਗਰੇਜ਼ਾਂ ਨੂੰ ਕਰਾਰੇ ਹੱਥ ਦਿਖਾਏ, ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਉਹਨਾਂ ਦੀ ਹਾਰ ਹੋ ਗਈ। ਸੋ ਬੇਟਾ ਇਹ ਆਪਣੀ ਜਿਹੜੀ ਹੈਗੀ ਹੈ ਕਵਿਤਾਵਾਂ ਦੇ ਕੁਝ ਸਰਲ ਅਰਥ ਕੀਤੇ ਨੇ ਜੀ, ਠੀਕ ਹੈ। ਸੋ ਅਗਲੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਕੁਝ ਜਿਸ ਤਰ੍ਹਾਂ ਬੰਬ ਬਹਾਦਰ ਕਹਾਣੀ ਦਾ ਸਾਰ ਪੜ੍ਹਾਂਗੇ ਜੀ ਇਹ। ਉਸ ਤੋਂ ਬਾਅਦ ਵਿੱਚ ਬਾਗੀ ਦੀ ਦਾ ਸਾਰ, ਇਹਨਾਂ ਕਵਿਤਾਵਾਂ ਦੇ ਸਾਰ ਜਿਹੜੇ ਹੈਗੇ ਨੇ ਤੁਹਾਨੂੰ ਮੈਂ ਅਗਲੀ ਕਲਾਸ ਦੇ ਵਿੱਚ ਅਗਲੇ ਲੈਕਚਰ 'ਚ ਪੜ੍ਹਾਊਂਗਾ, ਕਿਉਂਕਿ ਫਿਰ ਵੀਡੀਓ ਵੱਡੀ ਹੋ ਜਾਂਦੀ ਹੈ ਜਿਸ ਕਾਰਨ ਅਪਲੋਡ ਨਹੀਂ ਹੁੰਦੀ ਹੈਗੀ ਜੀ ਫਿਰ, ਠੀਕ ਹੈ ਨਾ, ਥੋੜ੍ਹੀ ਦਿੱਕਤ ਆਉਂਦੀ ਹੈ ਹੋਣ ਦੇ ਵਿੱਚ। ਨਾਲ ਹੀ ਆਪਾਂ ਛੋਟੇ ਪ੍ਰਸ਼ਨਾਂ ਨੂੰ ਵੀ ਜੋ ਹੈ ਆਪਾਂ ਰਿਵਾਈਜ਼ ਕਰਾਂਗੇ। ਸੋ ਬੇਟਾ ਜਿੰਨਾ ਮੈਂ ਅੱਜ ਤੁਹਾਨੂੰ ਸਰਲ ਅਰਥ ਪੜ੍ਹਾਏ ਨੇ, ਤੁਸੀਂ ਸਾਰੇ ਬੱਚਿਆਂ ਨੇ ਇਹ ਚੰਗੀ ਤਰ੍ਹਾਂ ਜ਼ਰੂਰ ਯਾਦ ਕਰ ਲੈਣੇ।